ਸਤਿ ਸ਼੍ਰੀ ਅਕਾਲ ਜੀ। ਮੈਂ ਰਣਵੀਰ ਸੰਧੂ ਅੱਜ ਦੇ ਦੇਸ਼ ਪ੍ਰਦੇਸ਼ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਗੁਰਪ੍ਰੀਤ ਜੀ ਮੇਰੇ ਨਾਲ ਨੇ, ਲਾਈਵ ਕਾਲ ਲਵਾਂਗੇ ਜੀ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਮੁੱਦੇ ਕੀ ਹੋਣਗੇ? ਜਿਨ੍ਹਾਂ ਦਾ ਵੀਜ਼ਾ ਇਸ ਵਕਤ ਕੈਨੇਡਾ ਦਾ ਆ ਰਿਹਾ ਹੈ, ਜਾਣ ਤੋਂ ਪਹਿਲਾਂ ਜਾਂ ਜਾਣ ਤੋਂ ਬਾਅਦ ਕੀ ਸਥਿਤੀ ਹੋਊਗੀ, ਕਿਹੜੀਆਂ ਸ਼ਰਤਾਂ ਤੁਹਾਡੇ ਤੇ ਲਾਗੂ ਹੋਣਗੀਆਂ, ਇਹਦੇ ਬਾਰੇ ਜਾਣਨਾ। ਔਰ ਯੂਕੇ ਜਾਣ ਵਾਲੇ ਬੱਚੇ ਨੇ ਉਹਨਾਂ ਵਾਸਤੇ ਵੀ ਅੱਜ ਅਸੀਂ ਥੋੜ੍ਹੀ ਜਿਹੀ ਡਿਟੇਲ ਲੈ ਕੇ ਆਏ ਹਾਂ। ਨਾਲੋਂ ਨਾਲ ਥੋੜ੍ਹੀ ਗੱਲ ਯੂਰਪ ਦੀ ਤੇ ਜਿਹੜੀ ਹੈਗੀ ਹੈ ਆਸਟ੍ਰੇਲੀਆ ਦੀ ਵੀ ਕਰਾਂਗੇ। ਗੁਰਪ੍ਰੀਤ ਜੀ ਸਵਾਗਤ ਹੈ। ਥੈਂਕ ਯੂ। ਪਹਿਲਾਂ ਗੱਲ ਕਰ ਲਈਏ ਜਿਸ ਵਕਤ ਕੈਨੇਡਾ ਦੀ AIP, ਤੁਸੀਂ ਪਿਛਲੇ ਵਾਰੀ ਵੀ ਕਿਹਾ ਸੀ ਤੁਹਾਡੇ ਬੱਚੇ ਦੇ ਕਾਫੀ ਸਾਰੇ ਆ ਰਹੇ ਨੇ, ਕਾਲਜਸ ਨੇ ਵੀ ਜ਼ਿਕਰ ਕੀਤਾ ਸੀ ਕਿ ਇਸ ਵਕਤ ਕਾਫੀ ਵੱਡੇ ਪੱਧਰ ਦੇ ਉੱਪਰ ਜਿਹੜਾ ਕੋਆਪਰੇਟ ਹੈਗਾ ਉਹ ਹੋ ਰਿਹਾ ਹੈਗਾ ਸਟੂਡੈਂਟਸ ਦੇ ਨਾਲ, ਕਿ ਹਰ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਤ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਪਹਿਲਾਂ ਤਾਂ ਜਿਹੜਾ AIP ਆਉਣ ਦਾ ਰੁਝਾਨ ਸੀਗਾ ਉਹ ਸਪੀਡ ਵਧੀਆ, ਕੁਝ ਬੱਚਿਆਂ ਕੋਲ ਆ ਰਿਹਾ, ਜ਼ਿਆਦਾ ਆ ਰਿਹਾ। ਰਣਬੀਰ ਜੀ, AIP ਦਾ ਜਿਹੜਾ ਰੁਝਾਨ ਸੀ, AIP ਉਹਨਾਂ ਬੱਚਿਆਂ ਦਾ ਸਾਡਿਆਂ ਦਾ ਗ੍ਰਾਂਟ ਹੋ ਰਿਹਾ ਜਿਨ੍ਹਾਂ ਦੇ ਪੈਂਡੈਂਸੀ ਡਾਕੂਮੈਂਟ ਆ। ਪੈਂਡੈਂਸੀ ਡਾਕੂਮੈਂਟ ਤੋਂ ਭਾਵ ਇਹ ਹੈਗਾ ਕਿ ਜਿਵੇਂ ਬੱਚੇ ਦੇ ਫਿੰਗਰਪ੍ਰਿੰਟ ਨਹੀਂ ਹੋਏ, ਉਹਦੀ ਉਹ ਪੈਂਡੈਂਸੀ ਡਾਕੂਮੈਂਟਸ ਹੈ ਤੇ ਉਹ ਪੈਂਡੈਂਸੀ ਕਰਕੇ AIP ਵੀਜ਼ਾ ਜਿਹੜਾ ਕੈਨੇਡਾ ਉਹ ਗ੍ਰਾਂਟ ਕਰ ਰਿਹਾ। ਦੂਸਰੀ ਗੱਲ ਆ, ਮੇਰੀ ਉੱਥੇ ਗੱਲ ਵੀ ਹੋਈ ਆ, 2-1 ਕਾਲਜਸ ਨਾਲ ਵੀ ਗੱਲ ਹੋਈ ਆ। ਬਾਕੀ ਜਿਹੜੇ ਉੱਥੇ ਸਾਡੇ ICCRC ਮੈਂਬਰਸ ਨੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਆ। ਉਹ ਕਹਿੰਦੇ ਮੈਮ ਜੇ AIP ਤੋਂ ਬਿਨਾਂ ਵੀ ਸਾਡੇ ਜਿਹੜੇ ਸਟੂਡੈਂਟਸ ਹੈ, ਲਾਈਕ ਜਿਨ੍ਹਾਂ ਦੀ ਪਹਿਲਾਂ ਰਿਫਿਊਜ਼ਲ ਸੀ ਜਾਂ ਜਿਨ੍ਹਾਂ ਦੇ ਪਹਿਲਾਂ ਫਿੰਗਰਪ੍ਰਿੰਟ ਹੋਏ ਸੀ, ਕਿਸੇ ਨਾ ਕਿਸੇ ਰੀਜ਼ਨ ਕਰਕੇ ਫਾਈਲ ਨਹੀਂ ਲਾਈ ਸੀ, ਤੇ ਉਹ ਬੱਚੇ ਆਪਣਾ ਵੀਜ਼ਾ ਜਿਹੜਾ ਹੈ ਉਹ ਲੈ ਕੇ, ਉਹਨਾਂ ਦੀ AIP ਨਹੀਂ ਆਏਗੀ, ਉਹਨਾਂ ਦਾ ਵੀਜ਼ਾ ਹੀ ਅਪਰੂਵ ਹੋਵੇਗਾ। ਇਸ ਕਰਕੇ ਸਾਡੇ ਇੱਕ ਸਟੂਡੈਂਟ ਦਾ ਵੀਜ਼ਾ ਵੀ ਆਇਆ ਹੈ ਤੇ ਉਹ ਵੀਜ਼ੇ ਤੋਂ ਬਾਅਦ ਮੈਨੂੰ ਥੋੜੀ ਕਨਫਿਊਜ਼ ਹੋ ਗਈ ਮੈਂ ਕਿ ਸਟੂਡੈਂਟਸ ਨੂੰ AIP ਦੇ ਰਹੇ ਆ ਜਾਂ ਕੈਨੇਡਾ ਗਵਰਨਮੈਂਟ ਕੀ ਇਹ ਰੂਲ ਰੈਗੂਲੇਸ਼ਨ। ਫਿਰ ਸਾਡੇ ਸਮਝ 'ਚ ਇਹ ਸਾਰੀ ਚੀਜ਼ ਆਈ ਕਿ AIP ਤਾਂ ਦਿੱਤੀ ਜਾ ਰਹੀ ਹੈ ਜਿਹੜੇ ਸਟੂਡੈਂਟਸ ਦੀ ਪੈਂਡੈਂਸੀ ਹੈ। ਪੈਂਡੈਂਸੀ ਤੋਂ ਭਾਵ ਜਿਨ੍ਹਾਂ ਦੇ ਅਜੇ ਫਿੰਗਰਪ੍ਰਿੰਟ ਨਹੀਂ ਹੋਏ ਤੇ ਉਹਨਾਂ ਸਟੂਡੈਂਟਸ ਨੂੰ AIP ਗ੍ਰਾਂਟ ਕੀਤੀ ਜਾ ਰਹੀ ਹੈ। ਇਸ ਕਰਕੇ ਜਿਹੜੇ ਸਟੂਡੈਂਟਸ ਦੇ ਆਲਰੇਡੀ ਫਿੰਗਰਪ੍ਰਿੰਟ ਹੋਏ ਨੇ, ਸਾਰੇ ਡਾਕੂਮੈਂਟਸ ਕੰਪਲੀਟ ਨੇ, ਤੇ ਉਹ ਸਟੂਡੈਂਟਸ ਨੂੰ ਵੀਜ਼ਾ ਗ੍ਰਾਂਟ ਕੀਤਾ ਜਾ ਰਿਹਾ ਹੈ। ਤੇ ਇਹ ਚੀਜ਼ ਉੱਭਰ ਕੇ ਸਾਹਮਣੇ ਸਾਡੇ ਆਈ ਹੈ, ਜਿਹੜੇ ਇਸ ਵੀਕ ਦਾ ਸਾਡਾ ਨਿਚੋੜ ਨਿਕਲਿਆ ਕਿ ਹੁਣ ਅਸੀਂ ਸਭ ਤੋਂ ਵੱਧ ਜਿਹੜੇ ਸਾਡੇ ਕਲਾਇੰਟ ਰਿਫਿਊਜ਼ਡ ਸੀ ਜਾਂ ਕਿਸੇ ਨਾ ਕਿਸੇ ਰੀਜ਼ਨ ਕਰਕੇ ਉਹਨਾਂ ਦੀਆਂ ਫਾਈਲਿੰਗ ਨਹੀਂ ਹੋ ਪਾਈ ਸੀ ਜਾਂ ਉਹਨਾਂ ਨੇ ਆਪਣੀ ਫਾਈਲ ਨੂੰ ਵਿਦਡਰੋ ਕਰਾ ਲਿਆ ਸੀ, ਅਸੀਂ ਉਹਨਾਂ ਪ੍ਰੋਫਾਈਲ ਤੇ ਵਰਕਆਊਟ ਕਰ ਰਹੇ ਹਾਂ ਤਾਂ ਕਿ ਉਹ ਬੱਚੇ ਉੱਥੇ ਜਾ ਕੇ, ਸਿਰਫ ਇੱਕ ਚੀਜ਼ ਹੈ ਕੈਨੇਡੀਅਨ ਗਵਰਨਮੈਂਟ ਵੱਲੋਂ ਜਿਹੜੀ ਇੰਪੋਰਟੈਂਟ ਕੀਤੀ ਗਈ ਆ, ਉਹ ਇਹ ਇੰਪੋਰਟੈਂਸ ਹੈ ਕਿ ਜਦੋਂ ਤੁਸੀਂ ਉੱਥੇ ਜਾਣਾ ਹੈ, ਜਾਂ ਤਾਂ ਤੁਹਾਡਾ ਕੋਈ ਆਪਣਾ ਰਿਸ਼ਤੇਦਾਰ ਦਾ ਐਡਰੈਸ ਹੋਵੇ ਜਿਹੜਾ ਤੁਸੀਂ ਉੱਥੇ ਜਾ ਕੇ ਰਹਿ ਕੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਓ, ਜਾਂ ਕਾਲਜ ਦਾ ਕੋਈ ਕੈਂਪਸ ਲਓ ਜਿਹਦੇ ਵਿੱਚ ਆਪਣੇ ਆਪ ਨੂੰ ਤੁਸੀਂ ਜਿਹੜਾ ਕੁਆਰੰਟਾਈਨ ਕਰ ਸਕੋ। ਜੀ ਗੁਰਪ੍ਰੀਤ ਜੀ ਕਾਲ ਲੈ ਲਈ ਜੀ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਫੋਨ ਸਾਡਾ ਫਿਰ ਬੰਦ ਹੋ ਗਿਆ ਜੀ, ਅੱਜ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ। ਸੋ ਕਦੇ ਲਾਈਟ ਦੀ ਕਦੇ ਫੋਨ ਦੀ, ਟੈਕਨੀਕਲ ਟੀਮ ਨੂੰ ਬੇਨਤੀ ਹੈ ਜਿਹਨੂੰ ਥੋੜਾ ਠੀਕ ਕਰ ਦੇਣ। ਗੁਰਪ੍ਰੀਤ ਜੀ, ਜਦੋਂ AIP ਆ ਰਿਹਾ, ਬੱਚੇ ਦਾ ਰਿਐਕਸ਼ਨ ਕੀ ਹੈ? ਜਿਸ ਤਰ੍ਹਾਂ ਸਟਾਰਟਿੰਗ 'ਚ ਬੱਚਾ ਰੌਲਾ ਪਾਉਂਦਾ ਸੀਗਾ ਜਿਵੇਂ ਆਨਲਾਈਨ ਕਲਾਸਿਸ ਨਹੀਂ ਲਾਉਣੀ, ਮੈਨੂੰ ਕੈਨੇਡਾ ਜਾਣ ਦਾ ਹੀ ਚਾਅ ਹੈ, ਮੈਂ ਪੈਸਾ ਕੈਨੇਡਾ 'ਤੇ ਇਨਵੈਸਟ ਕਰ ਰਿਹਾ, ਮੈਂ ਇੱਥੇ ਪੜ੍ਹਨਾ ਨਹੀਂ ਚਾਹੁੰਦਾ। ਜਦੋਂ ਬੱਚਾ ਦਾ AIP ਆਉਂਦਾ, ਤੁਹਾਡੇ ਕੋਲ ਆਉਂਦਾ ਬੱਚਾ AIP, ਤੁਸੀਂ ਦਿੰਦੇ ਹੋ, ਉਹਨੂੰ ਸਮਝਾਉਂਦੇ ਹੋ, ਤਾਂ ਬੱਚੇ ਦੇ ਸਵਾਲ ਕੀ ਆ ਰਹੇ? ਰਣਬੀਰ ਜੀ, ਜਦੋਂ AIP ਬੱਚੇ ਨੂੰ ਅਸੀਂ ਦਿੰਦੇ ਆ ਨਾ, ਤੇ ਬੱਚੇ ਨੂੰ ਅਸੀਂ ਕੈਰੀਅਰ ਕਾਉਂਸਲਰ ਅਸੀਂ ਕੈਰੀਅਰ ਕਾਉਂਸਲਿੰਗ ਦਿੰਦੇ ਆ ਕਿ ਬੱਚੇ ਜਿੱਦਾਂ ਹੀ ਫਿੰਗਰਪ੍ਰਿੰਟ ਓਪਨ ਹੋ ਗਏ ਦੈਨ ਆਪਾਂ ਤੇਰਾ ਵੀਜ਼ਾ, ਕਿਉਂਕਿ ਤੇਰੇ ਡਾਕੂਮੈਂਟ ਦੀ ਪੈਂਡੈਂਸੀ ਆ। ਕਿਤੇ ਨਾ ਕਿਤੇ ਸਾਨੂੰ ਅੰਬੈਸਡਰ ਨੇ ਇਹ ਚੀਜ਼ ਸਮਝਾਈ ਹੈ ਕਿ ਅਸੀਂ AIP ਇਸ ਕਰਕੇ ਗ੍ਰਾਂਟ ਨਹੀਂ ਕਰ ਰਹੇ ਕਿ ਸਾਡੇ ਦੇਸ਼ 'ਚ ਤੁਹਾਡੇ ਸਟੂਡੈਂਟਸ ਨਾ ਆ ਸਕਣ, ਕਰੋਨਾ ਕਰਕੇ ਸਾਨੂੰ ਕੋਈ ਦਿੱਕਤ ਆ, ਉਹ ਸਟੂਡੈਂਟਸ ਨਾ ਆ ਸਕਣ। ਪ੍ਰੋਬਲਮ ਇਹ ਨਹੀਂ ਹੈ ਕਿ ਉਹਨਾਂ ਨੇ ਦੱਸਿਆ ਕਿ ਤੁਹਾਡੇ ਬੱਚੇ ਦੀ ਜਿਹੜੀ ਪੈਂਡੈਂਸੀ ਹੈ, ਜਿਹੜੇ ਫਿੰਗਰਪ੍ਰਿੰਟ ਆ, ਜਿਹੜੇ ਸਾਡੇ ਇੱਧਰੋਂ ਹੋ ਕੇ ਬੱਚੇ ਦੇ ਜਾਂਦੇ ਸੀਗੇ, ਉਹ ਨਹੀਂ ਹੋ ਰਹੇ, ਤਾਂ ਕਰਕੇ ਬੱਚੇ ਨੂੰ AIP ਗ੍ਰਾਂਟ ਕੀਤਾ ਜਾ ਰਿਹਾ, ਤਾਂ ਕਿ ਬੱਚੇ ਦਾ ਕਿਤੇ ਵੀ ਟਾਈਮ ਵੇਸਟ ਨਾ ਹੋਵੇ, ਕੋਈ ਵਕਤ ਵੇਸਟ ਨਾ ਹੋਵੇ, ਉਹ ਪ੍ਰੋਪਰ ਆਪਣਾ ਜਿਹੜਾ ਹੈ ਕਿ ਆਪਣੀ ਸਟੱਡੀ ਪ੍ਰੋਪਰ ਕਰ ਸਕੇ, ਉਹਦਾ ਗੈਪ ਨਾ ਪੈ ਸਕੇ। ਜਦੋਂ ਅਸੀਂ ਇੰਨੀਆਂ ਚੀਜ਼ਾਂ ਬੱਚੇ ਨੂੰ ਸਮਝਾਉਂਦੇ ਹਾਂ ਕਿ ਜਿੱਦਾਂ ਹੀ ਫਿੰਗਰਪ੍ਰਿੰਟ ਸਟਾਰਟ ਹੋ ਜਾਣਗੇ ਦੈਨ ਅਸੀਂ 2 ਸਟੇਜ ਵੀਜ਼ਾ ਅਪਲਾਈ ਕਰ ਸਕਦੇ ਹਾਂ। ਜੀ ਕਾਲ ਲੈ ਲਈ ਜੀ, ਕਾਲ ਆ ਰਹੀ ਹੈ ਜੀ। ਹੈਲੋ, ਬਿਲਕੁਲ ਫਿਰ ਪ੍ਰੋਬਲਮ ਸਾਡੀ ਟੈਕਨੀਕਲ, ਅੱਜ ਅਸੀਂ ਗੁਸਤਾਖੀ ਮਾਫ ਬੱਚਿਆਂ ਤੋਂ। ਕਾਲ ਕਰੋ ਤੁਸੀਂ ਸਾਨੂੰ, ਫਿਰ ਅਸੀਂ 2-3 ਮਿੰਟ ਤੱਕ ਜਿਹੜਾ ਹੈਗਾ ਫੋਨ ਕੁਛ ਨਾ ਕੁਛ ਦਾ ਅੰਦਰੋਂ ਠੀਕ ਕਰਾਉਂਦੇ ਆ ਜੀ। ਸੋ ਗੁਰਪ੍ਰੀਤ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ AIP ਦੀ ਜੀ, UK, ਆਸਟ੍ਰੇਲੀਆ, ਨਿਊਜ਼ੀਲੈਂਡ ਸਾਰੇ ਮੈਦਾਨਾਂ ਦੇ ਵਿੱਚ ਆ ਗਏ ਨੇ ਇਸ ਵਕਤ। ਹਾਂ, ਟਰੈਵਲ ਨਾ ਹੋਣਾ ਇੱਕ ਵੱਖਰੀ ਗੱਲ ਹੈਗੀ ਹੈ, ਪਰ ਵੀਜ਼ਾਸ ਦੇਣਾ ਜਿਹੜਾ ਹੈਗਾ ਸਾਰੇ ਦੇਸ਼ਾਂ ਨੇ ਸ਼ੁਰੂ ਕਰਤਾ ਹੈਗਾ। ਇਸ ਤੋਂ ਇਲਾਵਾ ਤੁਸੀਂ ਕਿਸ ਚੀਜ਼ 'ਤੇ ਫੋਕਸ ਕਰ ਰਹੇ ਹੋ? ਕਿਉਂਕਿ ਇੱਕ ਚੰਗਾ ਕੰਸਲਟੈਂਟ ਹੁੰਦਾ ਕਿ ਜਿਹੜਾ ਬੱਚੇ ਨੂੰ ਅੱਛੇ ਦੇਸ਼, ਅੱਛੇ ਰਾਹ ਪਾਵੇ ਤਾਂ ਕਿ ਬੱਚਾ ਇੱਥੇ ਜਾ ਕੇ ਸੈਟਲ ਡਾਊਨ ਹੋ ਸਕੇ। ਕਿਤੇ ਇਹ ਨਾ ਹੋਵੇ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹਲੇ ਹਾਲਾਤ ਗੰਭੀਰ ਨੇ। ਮੈਂ ਦੇਖਦਾ ਕਿ ਕਈ ਵਾਰ ਫੇਸਬੁੱਕ ਤੇ USA ਦੀ ਐਡ ਆ ਜਾਂਦੀ ਹੈ, ਪਹਿਲੀ ਗੱਲ ਵੀਜ਼ਾ ਨਹੀਂ ਆਉਣਾ, ਜੇ ਆ ਗਿਆ ਤਾਂ ਬੱਚਾ ਕੀ ਕਰੇਗਾ, 1.5 ਸਾਲ ਫਸੇ ਰਹਿਣਾ। ਕੈਨੇਡਾ ਤੋਂ ਬਾਅਦ ਤੁਸੀਂ ਕਿਸ ਦੇਸ਼ ਨੂੰ ਠੀਕ ਮੰਨ ਰਹੇ ਹੋ ਇਸ ਟਾਈਮ? ਰਣਬੀਰ ਜੀ, ਜਿਹੜਾ ਅਸੀਂ ਠੀਕ ਮੰਨ ਰਹੇ ਹਾਂ UK ਨੂੰ ਮੰਨ ਰਹੇ ਹਾਂ, ਕਿਉਂਕਿ UK ਦੇ ਵਿੱਚ ਸਾਡੀ ਸਟੂਡੈਂਟਸ ਦੀਆਂ ਜਿਹੜੀਆਂ ਇੰਟਰਵਿਊਜ਼ ਦੀ ਅਸੀਂ ਤਿਆਰੀ ਕਰਕੇ ਸਾਡੀਆਂ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ ਹੈ, ਐਵੇਂ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਬੱਚੇ ਦੀ ਐਡਮਿਸ਼ਨ ਕਰਵਾ ਰਹੇ ਹਾਂ। ਤੇ ਉਹਦੇ ਲਈ ਅਸੀਂ ਬੱਚੇ ਨੂੰ, ਜਿਹੜਾ ਬੱਚਾ AIP ਲਈ ਹਜੇ ਰੈਡੀ ਨਹੀਂ ਆ ਤੇ ਜੈਨ ਇਨਟੇਕ
ਦੇ ਹਜੇ ਰੂਲ ਰੈਗੂਲੇਸ਼ਨਸ ਜਿਹੜੇ ਕਿ ਸਾਡੇ ਸਾਹਮਣੇ ਨਹੀਂ ਆਏ ਕਿ ਅੱਗੇ ਵੀ ਕੀ ਪਤਾ ਅੱਗੇ ਸਟਾਰਟ ਹੋਵੇ ਜਾਂ ਨਾ ਹੋਵੇ। ਜਿੰਨਾ ਚਿਰ ਫਿੰਗਰਪ੍ਰਿੰਟ ਸਟਾਰਟ ਨਹੀਂ ਹੁੰਦੇ ਉਹਨਾਂ ਚਿਰ ਸਾਨੂੰ ਇਹ ਸ਼ੋਰਟੀ ਨਹੀਂ ਹੈ ਕਿ 2 ਸਟੇਜ ਬੱਚੇ ਦਾ ਵੀਜ਼ਾ ਅਸੀਂ ਗ੍ਰਾਂਟ ਕਰਾ ਸਕਾਂਗੇ। ਇਸ ਕਰਕੇ ਅਸੀਂ ਬੱਚੇ ਨੂੰ ਸੈਕਿੰਡ ਆਪਸ਼ਨ UK ਦੇ ਰਹੇ ਹਾਂ। ਜਿਹੜੀ UK ਦੀ ਆਪਸ਼ਨ ਆ ਉਹਦੇ ਵਿੱਚ ਬੱਚੇ ਦੀ ਇੰਟਰਵਿਊ ਆਈ ਹੈ ਅੱਜ ਹੀ, ਸਾਡੇ ਬੱਚੇ ਦੀ 11 ਵਜੇ ਇੰਟਰਵਿਊ ਆਈ ਹੈ। ਉਹ ਬੱਚੇ ਦੇ 5.5 ਸੀ IELTS ਸਕੋਰ ਤੇ ਉਹਨੇ ਆਪਣੀ ਇੰਟਰਵਿਊ ਕਲੀਅਰ ਕੀਤੀ ਹੈ ਯੂਨੀਵਰਸਿਟੀ ਤੋਂ। ਯੂਨੀਵਰਸਿਟੀ ਨੇ ਸਿਰਫ ਉਹਨਾਂ ਦੀ ਸੈਲਫ ਇੰਟਰੋ ਤੇ ਐਂਡ ਉਹਨਾਂ ਦੇ ਕੋਰਸ ਬਾਰੇ ਤੇ ਐਂਡ ਉਹਨਾਂ ਨੂੰ ਕੰਫਰਟੇਬਲ ਜਿਹੜਾ ਉਹਨਾਂ ਦਾ ਇਨਟੇਕ ਪੁੱਛਿਆ। ਇਸ ਕਰਕੇ ਮੈਂ ਬੱਚਿਆਂ ਨੂੰ ਇੱਥੇ ਸਮਝਾਉਣਾ ਚਾਹੁੰਦੀ ਹਾਂ, ਜੇ ਇੰਟਰਵਿਊ ਦੀ ਗੱਲ ਆ ਜਾਂਦੀ ਹੈ ਤਾਂ ਤੁਸੀਂ ਘਬਰਾਉਣਾ ਨਹੀਂ। ਸਾਡੀ ਟੀਮ ਐਵੇਂ ਦੀ ਇੱਕ ਰੈਡੀ ਟੀਮ ਬਿਠਾਈ ਹੋਈ ਆ ਜਿਹੜੀ ਅਸੀਂ ਤੁਹਾਨੂੰ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਵਾਉਂਦੀ ਆ ਜੀ। ਆਪਣੀ ਟੀਮ ਨੂੰ ਅਸੀਂ ਦੱਸ ਦਈਏ ਜੀ ਸਾਰੀ ਨੂੰ ਕਿ ਤੁਹਾਡੇ ਵੱਲੋਂ ਜਿਹੜਾ ਉਪਰਾਲਾ ਠੀਕ ਹੋ ਗਿਆ, ਫੋਨ ਠੀਕ ਹੋ ਗਿਆ। ਬੱਚਿਆਂ ਨੂੰ ਦੱਸ ਦਈਏ ਕਿ ਤੁਸੀਂ ਸਾਨੂੰ ਜਿਹੜੀ ਲਾਈਵ ਕਾਲ ਹੈ ਇਸ ਵਕਤ ਕਰ ਸਕਦੇ ਹੋ। ਬਿਲਕੁਲ ਫੋਨ ਜਿਹਨੂੰ ਕਹਿੰਦੇ ਵੀ ਤੰਦਰੁਸਤ ਹੈ, ਇਸ ਵਕਤ ਠੀਕ ਕੰਮ ਕਰ ਰਿਹਾ। ਤੁਸੀਂ ਆਪਣੀ ਕਾਲ ਜਿਹੜੀ ਸਾਨੂੰ ਕਰ ਸਕਦੇ ਹੋ। ਅੱਛਾ ਗੁਰਪ੍ਰੀਤ ਜੀ, UK ਨੂੰ ਲੈ ਕੇ ਤੁਸੀਂ 3-4 ਹਫ਼ਤੇ ਪਹਿਲਾਂ ਕਿਹਾ ਸੀ ਕਿ ਹਲੇ ਪ੍ਰੋਪਰ ਤਰੀਕੇ ਨਾਲ ਸਮਝ ਤੋਂ ਬਾਹਰ ਹੈਗਾ। ਉਸ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੀਆਂ ਨਵੀਆਂ ਗਾਈਡਲਾਈਨਸ ਜਿਹੜੀਆਂ ਹੈਗੀਆਂ ਸ਼ੁਰੂ ਕਰਤੀਆਂ। ਕੀ CFC UK ਨੂੰ ਪ੍ਰਮੋਟ ਕਰ ਰਿਹਾ? CFC UK ਨੂੰ ਕਿਸੇ ਵੀ ਕੰਟਰੀ ਨੂੰ ਰਣਵੀਰ ਜੀ UK ਜਿਵੇਂ UK ਹੋ ਗਿਆ ਜਾਂ ਆਸਟ੍ਰੇਲੀਆ ਹੋ ਗਿਆ ਜਾਂ ਨਿਊਜ਼ੀਲੈਂਡ ਹੋ ਗਿਆ ਜਾਂ ਕੈਨੇਡਾ ਹੋ ਗਿਆ, ਉਹਨਾਂ ਚਿਰ CFC ਕੋਈ ਵੀ ਆਪਣੀ ਗਾਈਡਲਾਈਨ ਆਪਣੇ ਵੱਲੋਂ ਆਪਣੀ ਕੰਪਨੀ ਵੱਲੋਂ ਨਹੀਂ ਸਮਝਾਉਣ ਦੀ ਕੋਸ਼ਿਸ਼ ਕਰਦਾ। ਜਦੋਂ UK ਦੀਆਂ ਪਿਛਲੀ ਵਾਰ ਮੈਂ ਕਿਹਾ ਸੀ UK ਦੀਆਂ ਬਹੁਤ ਸਾਰੀਆਂ ਕਨਫਿਊਜ਼ਨਸ ਨੇ ਜਿਹੜੀਆਂ ਸਾਨੂੰ ਕਲੀਅਰਸ ਨਹੀਂ ਹੋ ਰਹੀਆਂ। ਹੁਣ ਸਾਨੂੰ ਕਨਫਿਊਜ਼ਨ ਕਲੀਅਰ ਹੋਈ ਆ ਕਿ ਹਰ ਬੱਚੇ ਦੀ ਜਿਹੜੀ ਕਿ ਇੰਟਰਵਿਊ ਹੋਊਗੀ। IELTS ਸਕੋਰ ਬੱਚੇ ਦਾ ਇੰਪੋਰਟੈਂਟ ਆ ਜਨਵਰੀ ਇਨਟੇਕ ਲਈ, ਚਾਹੇ ਉਹਨੇ 5.5 IELTS ਸਕੋਰ ਕੀਤਾ ਹੋਇਆ ਹੈ, ਪਰ IELTS ਇੰਪੋਰਟੈਂਟ ਆ। ਇਸ ਕਰਕੇ ਬੱਚਿਆਂ ਨੂੰ ਮੈਂ ਇਹ ਨਹੀਂ ਮਨਾ ਕਰਾਂਗੀ ਤੁਸੀਂ IELTS ਨਾ ਕਰੋ। ਜੇ ਤੁਸੀਂ IELTS ਨਹੀਂ ਕੀਤਾ ਤੇ 60 ਤੋਂ ਅਬਵ ਤੁਸੀਂ +2 ਕੀਤੀ ਹੈ ਤੇ 60 ਤੋਂ ਅਬਵ ਤੁਹਾਡੀ ਪਰਸੈਂਟੇਜ ਹੋਣੀ ਚਾਹੀਦੀ ਆ, ਤਾਂ ਵੀ ਇੰਟਰਵਿਊ ਆਏਗੀ। ਜੇ IELTS ਨਹੀਂ ਕੀਤਾ ਤੇ ਤਾਂ ਵੀ ਇੰਟਰਵਿਊ ਆਊਗੀ। ਹੁਣ ਸਾਡਾ ਜਿੰਨਾ ਵੀ ਕੰਮ ਆ ਯੂਨੀਵਰਸਿਟੀਜ਼ ਦੇ ਨਾਲ ਆ, ਕਾਲਜਿਸ ਨਾਲ ਜੇ ਅਸੀਂ ਸਾਨੂੰ ਕਲੀਅਰ ਨਹੀਂ। ਜੀ ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। तो मेरी लाइफ से मैम ना गल हो रही है? बिल्कुल हो रही है जी। हाँ जी, तो मैं अपनी मैम ना प्रोफाइल डिस्कस करनी थी। हाँ जी, तो मेरे 10 मॉड्यूल्स जो 6 है। हाँ जी सर, एक जो 5.5 है। 5.5 कितने दा वीजा अप्लाई करना तुसी? सर मैं कनाडा दा सितंबर इनटेक ले। सितंबर तो मेरा ख्याल गुरप्रीत जी खत्म हो गया। सितंबर इनटेक ਤਾਂ ਖਤਮ ਹੋ ਤੁਹਾਡੀ ਪ੍ਰੋਫਾਈਲ ਓਵਰਆਲ ਕੀ ਹੈ? तो मैं 2020 +2 कंप्लीट की है। मेडिकल स्ट्रीम का 67% मार्क्स है। ओके, मेरा ख्याल गुरप्रीत जी इस वक्त ਤਾਂ ਨਹੀਂ ਅਵੇਲੇਬਲ ਹੋਊਗਾ ਸਿਤੰਬਰ। ਨਹੀਂ, ਸਿਤੰਬਰ ਇਨਟੇਕ ਨਹੀਂ ਹੈ, ਜਨਵਰੀ ਇਨਟੇਕ ਲਈ ਹੀ ਹੁਣ ਸਟੂਡੈਂਟ ਰੈਫਰ ਹੋ ਰਹੇ ਆ। ਇਸ ਕਰਕੇ ਸਿਤੰਬਰ ਇਨਟੇਕ ਲਈ ਸਟੂਡੈਂਟਸ ਸਾਨੂੰ ਨਾ ਹੀ ਤਾਂ ਅਸੀਂ ਦੇ ਸਕਦੇ ਹਾਂ, ਨਾ ਹੀ ਮੈਂ ਕੋਈ ਰੋਂਗ ਕਮਿਟਮੈਂਟ ਕਰਾਂਗੀ। ਔਰ ਦੂਸਰੀ ਗੱਲ ਆ, ਜਿਹੜਾ ਜਨਵਰੀ ਇਨਟੇਕ ਆ ਉਹਦੇ ਵਿੱਚ AIP ਆਏਗੀ ਜਾਂ 2 ਸਟੇਜ ਵੀਜ਼ਾ ਗ੍ਰਾਂਟ ਹੋ ਕੇ ਇੱਥੋਂ ਤੁਸੀਂ ਜਾਓਗੇ ਜਾਂ ਕੀ ਹੋਏਗਾ, ਇਹ 15 ਸਤੰਬਰ ਤੋਂ ਬਾਅਦ ਸਾਡੇ ਕੋਲ ਨਿਊ ਅਪਡੇਸ਼ਨ ਆਉਣ ਵਾਲੀ ਹੈ। ਇਸ ਕਰਕੇ ਜਨਵਰੀ ਇਨਟੇਕ ਲਈ ਬੱਚੇ ਜਿਹੜੀਆਂ ਆਪਣੀਆਂ ਐਡਮਿਸ਼ਨਸ ਲੈ ਲੈਣ। ਸਾਨੂੰ ਉਮੀਦ ਹੈ ਕਿ 15 ਸਤੰਬਰ ਤੋਂ ਬਾਅਦ ਸਾਰਾ ਕੁਝ ਓਪਨ ਹੋ ਜਾਏਗਾ, ਨਾਰਮਲ ਹੋ ਜਾਣਾ, ਨਾਰਮਲ ਹੋ ਜਾਏਗਾ। हेलो जी। गुड इवनिंग सर। हाँ जी, गुड इवनिंग जी। तो मेरी गुरप्रीत मैम ਨਾਲ ਗੱਲ ਹੋ ਸਕਦੀ ਹੈ? बिल्कुल कर रहे हो, करो जी, वो गल लाइन ਤੇ ਨੇ ਇਸ ਵਕਤ। हाँ जी सर। सर मेरे ना 6 ईच है, मैं ऑस्ट्रेलिया ਲਈ ਅਪਲਾਈ ਕਰਨਾ ਚਾਹੁੰਦੀ ਹਾਂ ਸਰ ਆਪਣਾ। 6 ਈਚ ਆਸਟ੍ਰੇਲੀਆ। ਬਾਕੀ ਕੀ ਪ੍ਰੋਫਾਈਲ ਹੈ ਤੁਹਾਡੀ? हाँ जी। हाँ सर, मेरी ग्रेजुएशन है। मैं 2019 ਦੇ ਵਿੱਚ ਕੀਤੀ ਹੈ ਸਰ। 104% ਮਾਰਕਸ ਹੈ ਸਰ ਮੇਰੇ ਜੀ। ਤੇ ਸਰ ਮੈਂ ਫੰਡਿੰਗ ਬਾਰੇ ਪੁੱਛਣਾ ਸੀ ਕਿ ਕਿੰਨੇ ਫੰਡ ਸ਼ੋ ਕਰਵਾਉਣੇ ਆ? ਸਿੰਗਲ ਹੋ ਕਿ ਸਪਾਊਸ ਨਾਲ ਜਾਣਾ ਤੁਸੀਂ? ਮੇਰੀ ਤਾਂ ਸਿੰਗਲ ਜਾਣਾ। ਸਿੰਗਲ ਜੀ। ਜੀ ਗੁਰਪ੍ਰੀਤ ਜੀ। ਹਾਂ, ਜਿਹੜਾ ਬੱਚਾ ਸਿੰਗਲ ਜਾਂਦਾ 15 ਤੋਂ 20 ਲੱਖ ਦੇ ਫੰਡ ਜਿਹੜੇ ਉਹ ਸਾਨੂੰ ਚਾਹੀਦੇ ਆ। ਘੱਟੋ ਘੱਟ ਫੰਡ ਨੂੰ 28 ਦਿਨ ਪੁਰਾਣਾ ਜਾਂ 30 ਦਿਨ ਪੁਰਾਣਾ ਤਾਂ ਮੰਨ ਕੇ ਚੱਲਿਆ ਕਰੋ, ਕਿਉਂਕਿ ਚਾਹੇ ਆਸਟ੍ਰੇਲੀਆ ਇੱਕ ਦਿਨ ਪੁਰਾਣਾ ਵੀ ਫੰਡ ਚੱਲਦਾ ਹੈ। ਪਰ ਰਣਬੀਰ ਜੀ ਉਹਦੇ ਵਿੱਚ ਕ੍ਰੀਏਟੀਵਿਟੀ ਸਾਨੂੰ ਨਜ਼ਰ ਆ ਜਾਂਦੀ ਹੈ ਵੀਜ਼ਾ ਅਫਸਰ ਨੂੰ, ਕਿਉਂਕਿ ਅਸੀਂ ਕਿਤੋਂ ਨਾ ਕਿਤੋਂ ਫੰਡ ਰੀਇਸ਼ੂ ਕਰਵਾਏ। ਘੱਟੋ ਘੱਟ 15 ਦਿਨ ਪੁਰਾਣੇ ਫੰਡ ਤਾਂ ਹੋ ਜਾਣੇ ਚਾਹੀਦੇ। ਜਿਸ ਦਿਨ ਤੁਸੀਂ ਆਪਣੇ ਕਿਸੇ ਵੀ ਏਜੰਟ ਕੋਲ ਜਾਂ ਕਿਤੇ ਵੀ ਆਪਣੀ ਪ੍ਰੋਫਾਈਲ ਨੂੰ ਦਿੰਦੇ ਆ ਤੇ ਉਸੇ ਦਿਨ ਤੋਂ ਆਪਣੇ ਫੰਡਿੰਗ ਤੇ ਕੰਮ ਕਰਨਾ ਸਟਾਰਟ ਕਰ ਦਿਆ ਕਰੋ, ਕਿਉਂਕਿ ਅਕਾਊਂਟ ਤੁਹਾਡਾ ਬਿਲਕੁਲ ਅੱਜ ਓਪਨ ਹੋਇਆ ਹੈ ਤੇ ਨਾਲ ਹੀ ਪੇਮੈਂਟ ਪੈ ਗਈ ਹੈ ਤੇ ਨਾਲ ਹੀ ਵੀਜ਼ਾ। ਕੁਝ ਰੀਜਨਸ ਐਵੇਂ ਦੇ ਵੀ ਸਾਡੇ ਰਹੇ ਆ ਜਿਹੜੇ ਬੱਚਿਆਂ ਦੀਆਂ ਕਈਆਂ ਦੀਆਂ ਰਿਫਿਊਜ਼ਲਸ ਆਈਆਂ। ਇਸ ਕਰਕੇ ਅਸੀਂ ਫੰਡਿੰਗ ਵਰਕ ਪ੍ਰੋਪਰ ਕਰਨਾ ਸਟਾਰਟ ਕਰ ਦਿੱਤਾ ਹੈ। ਜਿਹੜੀ ਫੰਡਿੰਗ ਆ ਤੁਹਾਡੀ ਘੱਟੋ ਘੱਟ ਨਹੀਂ ਤੇ 15 ਦਿਨ ਅਕਾਊਂਟ ਪੁਰਾਣਾ, ਜਾਂ ਤੁਸੀਂ ਆਪਣਾ ਜਿਸ ਦਿਨ ਆਏ ਹੋ ਜਾਂ ਕਿਸੇ ਫਾਈਨਾਂਸਰ ਨੂੰ ਹਾਇਰ ਕੀਤਾ, ਤੁਸੀਂ ਅਕਾਊਂਟ ਓਪਨ ਕਰਾਉਣ ਜਾ ਰਹੇ ਹੋ, ਕੁਝ ਵੀ ਕੀਤਾ, ਘੱਟੋ ਘੱਟ ਤੁਸੀਂ ਉਹਦੇ ਵਿੱਚ ਮਹੀਨੇ ਦਾ ਜਦੋਂ ਫਾਈਲ ਲਾਣੀ ਹੈ ਮਹੀਨੇ ਦਾ ਪ੍ਰੋਸੈਸ ਤਾਂ ਗੈਪ ਪਾ ਕੇ ਚੱਲਿਆ ਕਰੋ, ਕਿਉਂਕਿ ਰੀਸੈਂਟ ਫੰਡਿੰਗ ਕਰਕੇ ਕਿ ਤੁਹਾਡੇ ਫੰਡ ਜੈਨੂਅਨ ਨਹੀਂ ਹੈ, ਇੱਕ ਰਿਫਿਊਜ਼ਲਸ ਰੀਜ਼ਨ ਆਇਆ। ਇਸ ਕਰਕੇ ਮੈਂ ਦੱਸ ਰਹੀ ਹਾਂ, ਗਾਈਡ ਕਰ ਰਹੀ ਹਾਂ ਬੱਚੇ ਨੂੰ, ਕਿਉਂਕਿ ਇੱਕਦਮ ਅਸੀਂ ਉਸ ਚੀਜ਼ ਨੂੰ ਕ੍ਰੀਏਟ ਕਰਦੇ ਹਾਂ ਤੇ ਵੀਜ਼ਾ ਅਫਸਰ ਨੂੰ ਉਹ ਚੀਜ਼ ਸਮਝ ਆ ਰਹੀ ਹੈ ਇਸ ਟਾਈਮ। ਇਸ ਕਰਕੇ ਇੱਕਦਮ ਅਸੀਂ ਕ੍ਰੀਏਟ ਕਰਕੇ ਵੀਜ਼ਾ ਅਫਸਰ ਨੂੰ ਨਹੀਂ ਦੇ ਸਕਦੇ। ਜਾਂ ਤੁਹਾਡਾ ਕੋਈ ਪੁਰਾਣਾ ਅਕਾਊਂਟ ਹੋਵੇ ਉਹਦੇ ਵਿੱਚ ਫਾਈਨਾਂਸਰ ਨਾਲ ਗੱਲਬਾਤ ਕਰਕੇ ਉਹਦੇ ਵਿੱਚ ਫੰਡਿੰਗ ਲਓ। ਜੀ ਹੈਲੋ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਸਰ।
ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਮਨਦੀਪ ਗੱਲ ਕਰ ਰਹੀ ਹਾਂ ਫਗਵਾੜਾ ਤੋਂ। ਹਾਂਜੀ ਮਨਦੀਪ ਜੀ। ਸਰ ਮੈਂ ਨਾ ਆਪਣੇ ਪ੍ਰੋਫਾਈਲ ਬਾਰੇ ਪੁੱਛਣਾ ਸੀਗਾ, ਕੈਨੇਡਾ ਸਟੱਡੀ ਵੀਜ਼ਾ ਦੇ ਬਾਰੇ। ਸਰ ਮੈਂ +2 2017 ਵਿੱਚ ਕੀਤੀ ਆ ਜੀ। ਨॉन ਮੈਡੀਕਲ ਸਟਰੀਮ ਨਾਲ 60% ਸੀ ਮੇਰੇ ਤੇ 60% ਤੋਂ ਸੀ ਜੀ। ਤੇ ਮੈਂ ਕਨਫਰਮ ਕਰਨਾ ਸੀਗਾ ਵੀ ਮੈਂ ਮਤਲਬ ਕਿ ਅਗਰ ਪੈਕੇਜ ਮਤਲਬ ਕਿ ਵੀਜ਼ਾ ਆ ਸਕਦਾ ਹੈ ਕਿ ਨਹੀਂ। ਆਪਣੇ ਗੈਪ ਨੂੰ ਕਿਵੇਂ ਜਸਟੀਫਾਈ ਕਰਦੇ ਹੋ ਤੁਸੀਂ? ਜੀ ਮੈਮ, ਗੈਪ ਦਾ ਤੁਹਾਡੇ ਦਾ ਗੈਪ ਕਿਵੇਂ ਜਸਟੀਫਾਈ ਕਰਦੇ ਹੋ? ਮੈਮ ਗੈਪ ਤਾਂ ਮੇਰੇ ਕੋਲ ਕੋਈ ਵੀ ਨਹੀਂ ਨਾ ਹੈਗਾ ਕਿ ਮੈਂ ਫ੍ਰੀ ਸੀਗੀ, ਉਦੋਂ ਬਿਮਾਰ ਹੋ ਗਈ ਸੀ। ਗੈਪ ਜਸਟੀਫਾਈ ਕਰਨਾ ਪਏਗਾ ਮੈਮ ਤੁਹਾਨੂੰ। ਮੈਮ ਜਿਸ ਤਰ੍ਹਾਂ ਬਿਮਾਰ ਸੀਗੇ ਤਾਂ ਲਾ ਸਕਦੇ ਨੇ ਆਪਣੇ ਡਾਕੂਮੈਂਟਸ ਮੈਡੀਕਲ ਜਿਹੜੀ ਆ। ਹਾਂਜੀ ਉਹੀ ਮੈਂ ਕਹਿ ਰਹੀ ਹਾਂ, ਗੈਪ ਜਸਟੀਫਾਈ ਕਰਨਾ ਪਊਗਾ ਤੁਹਾਨੂੰ ਕਿਉਂਕਿ ਤੁਸੀਂ ਮੈਡੀਕਲੀ ਬਿਮਾਰ ਸੀ, ਕਿਤੋਂ ਨਾ ਕਿਤੋਂ ਤੁਹਾਡਾ ਟ੍ਰੀਟਮੈਂਟ ਚੱਲਿਆ ਹੋਊਗਾ। ਉਹ ਜਿਹੜੀਆਂ ਡਾਕਟਰ ਵੱਲੋਂ ਮੈਡੀਸਨ ਦਿੱਤੀਆਂ ਗਈਆਂ ਉਹਨਾਂ ਦੇ ਬਿਲਸ ਜਾਂ ਡਾਕਟਰ ਵੱਲੋਂ ਤੁਹਾਡੀਆਂ ਅਪਾਇੰਟਮੈਂਟ ਸੀ ਉਹਨਾਂ ਦੇ ਬਿਲਸ, ਸਾਰੇ ਬਿਲਸ ਆਪਣੇ ਜਿਹੜੇ ਕਿ ਅਸੀਂ ਵੀਜ਼ਾ ਅਫਸਰ ਨੂੰ ਦਿਖਾ ਸਕਦੇ ਹਾਂ ਕਿ ਇਸ ਟਾਈਮ ਅਸੀਂ ਬਿਮਾਰ ਸੀ ਤਾਂ ਕਰਕੇ ਅਸੀਂ ਆਪਣਾ ਅੱਗੇ ਸਟੱਡੀ ਕੰਟੀਨਿਊ ਨਹੀਂ ਕਰ ਸਕੇ। ਅੱਛਾ, ਜਸਟੀਫਾਈ ਵੀ ਕਿੰਨਾ ਗੈਪ ਕਰ ਸਕਦਾ ਇੱਕ ਸਟੂਡੈਂਟ? ਜਸਟੀਫਿਕੇਸ਼ਨ ਜੇ ਆਪਾਂ ਗੱਲ ਕਰੀਏ ਜਸਟੀਫਿਕੇਸ਼ਨ 10 ਸਾਲ ਦੀ ਵੀ ਰਣਬੀਰ ਜੀ ਕਰ ਸਕਦਾ, ਡਿਪੈਂਡ ਕਰਦਾ ਜਸਟੀਫਿਕੇਸ਼ਨ ਹੈ ਕਿ ਜੇ ਮੈਂ ਕਹੂੰਗੀ ਮੈਂ 10 ਸਾਲ ਬਿਮਾਰ ਰਹੀ ਸੀ ਤੇ 10 ਸਾਲ ਮੈਨੂੰ ਬਿਮਾਰੀ ਕੀ ਸੀ, ਮੈਂ ਬਿਮਾਰ ਰਹੀ ਸੀ। ਦੂਸਰੀ ਗੱਲ 10 ਸਾਲ ਇੱਕ ਗਵਰਨਮੈਂਟ EMPLOYE 10 ਸਾਲ ਬਾਅਦ ਮੇਰੇ ਕੋਲ ਜੌਬ ਕਰਕੇ ਐਕਸਪੀਰੀਅੰਸ ਲਾ ਕੇ 10 ਸਾਲ ਦਾ ਆਪਣੀ ਜਿਹੜਾ ਇਹ ਗੈਪ ਸ਼ੋ ਕਰਕੇ ਗਿਆ ਕਿ ਮੈਂ ਸਰਕਾਰੀ ਜੌਬ ਕਰਦਾ ਸੀ। ਜਸਟੀਫਿਕੇਸ਼ਨ ਦਾ ਭਾਵ ਇਹ ਆ ਕਿ ਤੁਸੀਂ ਜਸਟੀਫਾਈ ਚੀਜ਼ ਤੁਹਾਨੂੰ ਵੀ ਜੈਨੂਅਨ ਲੱਗਣੀ ਚਾਹੀਦੀ ਹੈ ਕਿ 10 ਸਾਲ ਜੇ ਬਿਮਾਰ ਰਹੀ ਸੀ ਤੁਸੀਂ ਕਿਹੜੀ ਬਿਮਾਰੀ ਨਾਲ ਗ੍ਰਸਤ ਸੀ, ਜਾਂ 4 ਸਾਲ 2 ਸਾਲ ਤੁਸੀਂ ਬਿਮਾਰ ਸੀ ਕਿਹੋ ਜਿਹੀ ਬਿਮਾਰੀ ਸੀ। ਨਾਰਮਲ ਇਨਫੈਕਸ਼ਨ ਨੂੰ ਅਸੀਂ 4 ਸਾਲ ਨਹੀਂ ਦਿਖਾ ਸਕਦੇ ਕਿ ਅਸੀਂ 4 ਸਾਲ ਬਿਮਾਰ ਰਹੇ ਸੀ। ਮਤਲਬ ਕੋਈ ਨਾ ਕੋਈ ਜਿਹੜਾ ਰੀਜ਼ਨ ਹੈ ਉਹ ਜੈਨੂਅਨ ਹੋਣਾ ਚਾਹੀਦਾ ਜੀ। ਹੈਲੋ। ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਰ ਮੈਂ ਹਰਪ੍ਰੀਤ ਗੱਲ ਕਰ ਰਹੀ ਹਾਂ, ਮੈਂ ਨਾ UK ਬਾਰੇ ਇਨਫੋਰਮੇਸ਼ਨ ਲੈਣੀ ਸੀਗੀ ਸਰ। ਜੀ ਹਰਪ੍ਰੀਤ ਜੀ। ਐਕਚੁਅਲੀ ਸਰ ਮੈਂ ਨਾ ਗ੍ਰੈਜੂਏਸ਼ਨ ਕੀਤੀ ਹੈ ਲਾਸਟ ਈਅਰ, 62% ਮਾਰਕਸ ਹੈ ਮੇਰੇ। ਮੈਂ ਨਾ ਇੱਕ ਚੀਜ਼ ਕਨਫਰਮ ਕਰਨੀ ਸੀ ਕਿ ਮੈਂ ਵਿਦਆਊਟ ਆਇਲਟਸ UK ਦੀ ਸਟੱਡੀ ਵੀਜ਼ਾ ਵਾਸਤੇ ਜਾ ਸਕਦੀ ਹਾਂ ਸਰ? ਬਿਲਕੁਲ ਮੈਮ, ਵਿਦਆਊਟ ਆਇਲਟਸ ਤੁਸੀਂ ਅਪਲਾਈ ਕਰ ਸਕਦੇ ਹੋ, ਪਰ 60 ਤੋਂ ਅਬਵ ਤੁਹਾਡੇ ਇੰਗਲਿਸ਼ 'ਚੋਂ ਨੰਬਰ ਚਾਹੀਦੇ ਆ। ਉਸ ਤੋਂ ਬਾਅਦ ਅਸੀਂ ਅਪਲਾਈ ਕਰਾਂਗੇ। ਅਪਲਾਈ ਕਰਨ ਤੋਂ ਬਾਅਦ ਤੁਹਾਡੀ ਇੰਟਰਵਿਊ ਆਊਗੀ। ਉਹ ਇੰਟਰਵਿਊ ਦੀ ਪ੍ਰੈਪਰੇਸ਼ਨ ਸਾਡੀ ਕੰਪਨੀ ਵੱਲੋਂ ਤਾਂ ਕਰਾਈ ਹੀ ਜਾਂਦੀ ਆ। ਔਰ ਕਾਲਜ ਅਸੀਂ ਬਿਲਕੁਲ ਨਹੀਂ ਡੀਲ ਕਰ ਰਹੇ ਇਸ ਟਾਈਮ। ਜੇ ਤੁਸੀਂ ਕਿਸੇ ਮਤਲਬ ਤੁਹਾਡੀ ਸਟੱਡੀ 'ਚ ਗੈਪ ਆ ਜਾਂ ਕੁਛ ਹੈ, ਉਹ ਜਿਹੜੀਆਂ ਯੂਨੀਵਰਸਿਟੀਜ਼ ਨਹੀਂ ਲੈ ਰਹੀਆਂ, ਪਹਿਲਾਂ ਅਸੀਂ ਯੂਨੀਵਰਸਿਟੀਜ਼ ਤੁਹਾਡਾ ਪ੍ਰੋਫਾਈਲ ਭੇਜਾਂਗੇ। ਉਸ ਤੋਂ ਬਾਅਦ ਦੈਨ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਇੰਟਰਵਿਊ ਆ ਜਾਂ ਤੁਹਾਨੂੰ ਇਹ ਤੁਸੀਂ ਇੱਥੇ ਕੁਆਲੀਫਾਈ ਕਰ ਰਹੇ ਹੋ, ਇਸ ਯੂਨੀਵਰਸਿਟੀ 'ਚ ਕੁਆਲੀਫਾਈ ਕਰ ਰਹੇ ਹੋ। ਸਾਡੇ ਵੱਲੋਂ ਕਾਲਜਸ ਬਿਲਕੁਲ ਡੀਲ ਨਹੀਂ ਕੀਤੇ ਜਾ ਰਹੇ UK ਦੇ, ਸਿਰਫ ਯੂਨੀਵਰਸਿਟੀਜ਼ ਨਾਲ ਕੰਮ ਹੋ ਰਿਹਾ, ਜਿਹੜਾ ਕਿ ਸਾਨੂੰ ਉਹਨਾਂ ਦੀਆਂ ਜਿਹੜੀਆਂ ਪ੍ਰੋਪਰ ਕਲੀਅਰ ਨੇ ਉਹਨਾਂ ਦੇ ਕੀ ਮਤਲਬ ਸਿਸਟਮ ਹੈ, ਸਾਰਾ ਸਿਸਟਮ ਹੈ। ਕਿਉਂਕਿ ਕੁਛ ਸਿਸਟਮ ਕਾਫੀ ਉਲਝ ਗਿਆ ਸੀਗਾ ਸਤੰਬਰ ਇਨਟੇਕ ਦੇ ਲਈ, ਬਟ ਹੁਣ ਜੈਨ ਇਨਟੇਕ ਦੇ ਲਈ ਉਹਨਾਂ ਨੇ ਕਾਫੀ ਪ੍ਰੋਪਰ ਗਾਈਡਲਾਈਨਸ ਦਿੱਤੀਆਂ ਹੋਈਆਂ ਜਿਹਦੇ ਤੇ ਅਸੀਂ ਵਰਕਆਊਟ ਕਰ ਰਹੇ ਹਾਂ। ਜੀ ਜੀ। ਅੱਛਾ ਗੁਰਪ੍ਰੀਤ ਜੀ, ਇਸ ਵਕਤ ਕੋਈ ਗਾਈਡਲਾਈਨ ਆਈਆਂ ਕਾਲਜਸ ਵੱਲੋਂ ਕਿ ਜਿਹੜੇ ਬੱਚੇ ਜਾਣਗੇ ਹੁਣ ਉੱਥੇ ਜਾਣਗੇ, ਉਹ ਕਾਲਜਸ ਦੇ ਵਿੱਚ ਪੜ੍ਹਨਗੇ, ਆਨਲਾਈਨ ਪੜ੍ਹਨਗੇ, ਇੰਡੀਆ ਹੀ ਪੜ੍ਹਨਾ ਪਊਗਾ, ਜਾਂ ਕਦੋਂ ਟਰੈਵਲਿੰਗ ਸ਼ੁਰੂ ਹੋਣੀ ਹੈ? ਰਣਬੀਰ ਜੀ, ਜਿਹੜੇ ਬੱਚੇ ਸਾਡੇ AIP ਜਿਨ੍ਹਾਂ ਦੀ ਸਟਾਰਟ ਆ ਗਈ ਆ, ਉਹਨਾਂ ਦੀਆਂ ਕਲਾਸਿਸ ਜਿਵੇਂ 15 ਸਤੰਬਰ ਤੋਂ, ਕਿਸੇ ਦੀਆਂ 5 ਸਤੰਬਰ ਤੋਂ ਸਟਾਰਟ ਹੋਣ ਜਾ ਰਹੀਆਂ, ਉਹ ਤਾਂ ਇੱਥੋਂ ਆਨਲਾਈਨ ਸਟਾਰਟ ਹੋ ਜਾਣਗੀਆਂ, ਕੋਈ ਪ੍ਰੋਬਲਮ ਨਹੀਂ। ਬਟ ਜਿਹੜੇ ਬੱਚੇ ਉੱਥੇ ਜਾ ਕੇ ਸਟੱਡੀ ਕਰਨਾ ਚਾਹੁੰਦੇ ਆ, ਤੇ ਉੱਥੇ ਕੋਈ ਕਾਲਜ ਐਵੇਂ ਆ ਵੀਕ 'ਚ 2 ਵਾਰ ਓਪਨ ਹੋ ਰਿਹਾ ਹੈ, ਕੋਈ ਕਾਲਜ ਯੂਨੀਵਰਸਿਟੀ ਹੈ ਜਿਹੜਾ ਕਿ ਘਰ ਤੋਂ ਤੁਹਾਨੂੰ ਸਟੱਡੀ ਦੇ ਰਿਹਾ। ਹਰ ਸਟੇਟ 'ਤੇ ਜਿਵੇਂ ਸਟੇਟ ਵਾਈਜ਼ ਉੱਥੇ ਜਿਵੇਂ ਕੇਸਿਸ ਨੇ ਤੇ ਉਵੇਂ ਡੀਲ ਕੀਤਾ ਜਾ ਰਿਹਾ। ਤੇ ਉੱਥੇ ਜਿਹੜੀ 3rd ਸਟੇਜ 'ਤੇ ਆਣ ਕੇ ਹੁਣ ਹਰ ਚੀਜ਼ ਜਿਹੜਾ ਪ੍ਰੋਵਿੰਸ ਆ ਓਪਨ ਹੋਣੇ ਸਟਾਰਟ ਹੋ ਗਿਆ ਕੈਨੇਡਾ ਦੇ ਵਿੱਚ, ਸਾਰਾ ਬੈਕ ਟੂ ਨਾਰਮਲ ਹੋ ਰਿਹਾ ਹੈ, ਫਲਾਈਟਸ ਵੀ ਸਟਾਰਟ ਹੋ ਰਹੀਆਂ ਹੈ। ਔਰ ਜਿਹੜੇ ਸਟੂਡੈਂਟ ਸਾਡੇ ਆਲਰੇਡੀ ਫਿੰਗਰਪ੍ਰਿੰਟ ਵਗੈਰਾ ਸਾਰਾ ਕੁਝ ਹੋਇਆ ਹੈ, ਤੇ ਉਹ ਸਟੂਡੈਂਟਸ ਦੇ ਜਿਹੜੀਆਂ ਕਿ ਉਹ ਵੀਜ਼ਾ ਲੈ ਕੇ ਆਪਣਾ ਉੱਥੇ 14 ਦਿਨ ਦਾ ਕੁਆਰੰਟਾਈਨ ਵੀ ਕਰਕੇ ਜਾ ਸਕਦੇ ਆ। ਸਵਾਲ ਲੈ ਲਾਂਗੇ। ਹੈਲੋ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੇਰੀ ਮੈਮ ਨਾਲ ਗੱਲ ਹੋ ਸਕਦੀ ਹੈ? ਬਿਲਕੁਲ ਮੈਮ ਲਾਈਨ ਤੇ ਨੇ ਜੀ, ਪੁੱਛੋ ਕੀ ਸਵਾਲ ਪੁੱਛੋ। ਓਕੇ ਜੀ ਸਰ, ਮੈਂ ਸਟੱਡੀ ਦੀ ਇਨਫੋਰਮੇਸ਼ਨ ਚਾਹੀਦੀ ਸੀਗੀ। ਜੀ ਜੀ। ਹਾਂਜੀ, ਕੈਨੇਡਾ ਦੇ ਬਾਰੇ ਚਾਹੀਦਾ ਸੀਗਾ। ਹਾਂਜੀ ਪੁੱਛੋ ਜੀ ਕੀ ਸਵਾਲ ਹੈ। ਸਰ ਮੈਂ +2 ਕੀਤੀ ਜਦੋਂ 2018 ਵਿੱਚ ਨਾਨ ਮੈਡੀਕਲ ਨਾਲ 56% ਨੇ ਜੀ। ਤੇ ਉਸ ਤੋਂ ਬਾਅਦ ਸਰ ਮੇਰਾ 1 ਈਅਰ ਦਾ ਗੈਪ, ਜਸਟ ਮੈਂ ਫ੍ਰੀ ਸੀਗੀ ਤੇ ਦੈਨ ਮੈਂ ਨਾ ਵਿਦਆਊਟ ਆਇਲਟਸ ਕਰਨਾ ਆਪਣਾ।
ਤੇ ਮੇਰਾ ਕਿਹੜੀ ਕੰਟਰੀ ਲਈ ਕਰਾਉਣ ਲਈ ਹੋ ਜਾਏਗਾ ਜਾਂ ਫਿਰ ਯੂਕੇ ਲਈ ਹੋਏਗਾ? ਮੈਮ ਕੀ ਕਹਿਣਾ ਚਾਹੁੰਦੇ? ਜੇ ਤਾਂ ਤੁਹਾਡੇ ਉਹਦੇ ਚੋਂ 60% ਅਬਵ ਨੇ ਇੰਗਲਿਸ਼ ਦੇ ਵਿੱਚੋਂ, ਤੇ ਵਿਦਆਊਟ ਆਈਲੈਟਸ ਤੁਸੀਂ ਅਪਲਾਈ ਕਰ ਸਕਦੇ ਹੋ। ਇੰਟਰਵਿਊ ਤੁਹਾਡੀ ਆਏਗੀ, ਇੰਟਰਵਿਊ ਤੁਹਾਨੂੰ ਫੇਸ ਕਰਨੀ ਪਏਗੀ। ਇੰਟਰਵਿਊ ਦੇ ਵਿੱਚ ਕੁਝ ਨਹੀਂ ਹੈ, ਸੈਲਫ ਤੁਹਾਡੇ ਕੋਲ ਉਹਦੇ ਸੈਲਫ ਇੰਟਰੋ ਹੋਏਗੀ, ਤੁਹਾਡੇ ਕੋਰਸ ਰਿਲੇਟਡ ਜਾਂ ਤੁਹਾਡੀ ਸਟੱਡੀ ਦੇ ਰਿਲੇਟਡ ਤੁਹਾਡੇ ਤੋਂ ਕੁਐਸਚਨ ਪੁੱਟ ਅਪ ਕੀਤਾ ਜਾ ਸਕਦਾ। ਔਰ 56% ਤੇ ਜੇ ਮੈਂ ਗੱਲ ਕਰਾਂ ਯੂਕੇ ਯੂਨੀਵਰਸਿਟੀ ਨਹੀਂ ਤੁਹਾਨੂੰ ਅਸੈਪਟ ਕਰੂਗੀ, ਜਾਂ ਆਪਾਂ ਇਹ ਕਰ ਸਕਦੇ ਹਾਂ ਕਿ ਤੁਹਾਨੂੰ ਕੈਨੇਡਾ ਗਾਈਡ ਕਰੀਏ। ਤੁਸੀਂ ਕੈਨੇਡਾ ਲਈ ਅਪਲਾਈ ਕਰ ਲਓ, ਕਿਉਂਕਿ ਵਿਦਆਊਟ ਆਈਲੈਟਸ ਇਸ ਟਾਈਮ ਕੈਨੇਡਾ ਦੀਆਂ ਵੀ ਕਾਫੀ ਗਾਈਡਲਾਈਨਸ ਨੇ ਜਿਹੜੀਆਂ ਅਸੀਂ ਫੋਲੋ ਕਰ ਰਹੇ ਹਾਂ। ਵਿਦਆਊਟ ਆਈਲੈਟਸ ਅਸੀਂ ਕੈਨੇਡਾ ਵੀ ਅਪਲਾਈ ਕਰ ਰਹੇ ਹਾਂ। ਉੱਥੇ 55 ਜਿਹੜੇ ਪਰਸੈਂਟੇਜ ਵਾਲੇ ਇੰਗਲਿਸ਼ ਵਾਲੇ ਬੱਚੇ ਆ ਜਿਹੜੇ ਨੌਨ ਐਸਡੀਐਸ ਵਿੱਚ ਕਾਲਜਸ ਲੈਣ ਨੂੰ ਰੈਡੀ ਨੇ ਜੀ। ਗੁਰਪ੍ਰੀਤ ਜੀ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਥੋੜਾ ਛੋਟਾ ਰਹੂਗਾ, ਇਸ ਤਰ੍ਹਾਂ ਬਾਰ-ਬਾਰ ਫੋਨ ਕਾਲ ਦੀ ਸਮੱਸਿਆ, ਕੁਝ ਹੋਰ ਟੈਕਨੀਕਲ ਪ੍ਰੋਬਲਮ ਕਰਕੇ 1.5-2 ਮਿੰਟ ਛੋਟਾ ਰਹੂਗਾ, ਪਰ ਮੈਂ ਫਿਰ ਵੀ ਜ਼ਰੂਰ ਤੁਹਾਡੇ ਵੱਲੋਂ ਜਾਣਨਾ ਚਾਹੂੰਗਾ ਕਿ ਆਉਣ ਵਾਲਾ ਜਿਹੜਾ ਸਮਾਂ ਹੈਗਾ ਚੜਿਆ ਹੋਇਆ ਸੈਪਟੈਂਬਰ ਅਕਤੂਬਰ ਤੱਕ ਕਿਸ ਤਰ੍ਹਾਂ ਦਾ ਮਾਹੌਲ ਹੋਣਾ ਹੈ, ਕਿਹੜੇ ਬੱਚੇ ਨੂੰ ਕੀ ਤੁਹਾਡਾ ਮੈਸੇਜ ਹੈ, ਸੁਨੇਹਾ ਜਿਹਨੇ ਬਾਹਰ ਜਾਣਾ ਤਾਂ ਕਿ ਆਪਣੀ ਤਿਆਰੀ ਕਰ ਸਕੇ? ਰਣਬੀਰ ਜੀ, 15 ਸਤੰਬਰ ਤੋਂ ਬਾਅਦ ਸਭ ਕੁਝ ਨਾਰਮਲ ਹੋਣ ਜਾ ਰਿਹਾ ਹੈ। ਪ੍ਰਮਾਤਮਾ ਕਰੇ ਸਾਰਾ ਕੁਝ ਨਾਰਮਲ ਹੋਵੇ। ਮੇਰੇ ਅਕੋਰਡਿੰਗਲੀ ਵੀ ਜੋ ਸਮਝ ਆ, ਜਿੰਨੀ ਕੁ ਮੇਰੀ ਸੋਚ ਸਮਝ ਆ, ਉਹਦੇ ਅਕੋਰਡਿੰਗਲੀ ਮੈਨੂੰ ਲੱਗਦਾ ਹੈ ਕਿ 15 ਸਤੰਬਰ ਤੋਂ ਬਾਅਦ ਸਭ ਕੁਝ ਨਾਰਮਲ ਹੋ ਜਾਊਗਾ। ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੈਜੀਟੇਸ਼ਨ, ਵਿਦਆਊਟ ਹੈਜੀਟੇਸ਼ਨ ਕੀਤੇ ਆਪਣੀ ਜਨਵਰੀ ਇਨਟੇਕ 'ਚ ਐਡਮਿਸ਼ਨ ਲੈ ਕੇ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ। ਜਿਹੜੀਆਂ ਅਸੀਂ ਪ੍ਰੋਬਲਮਸ ਫੇਸ ਕਰਨੀਆਂ ਸੀ ਉਹ ਅਸੀਂ ਕਰ ਚੁੱਕੇ ਹਾਂ। ਹੁਣ ਅੱਗੇ ਜਿਹੜਾ ਭਵਿੱਖ ਆ ਉਹ ਸੁਨਹਿਰਾ ਹੈ ਤੁਹਾਡਾ। ਕੋਈ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਸਾਰਾ ਕੁਝ ਨਾਰਮਲ 15 ਸਤੰਬਰ ਤੋਂ ਬਾਅਦ ਸਾਰਾ ਕੁਝ ਨਾਰਮਲ ਹੋਏਗਾ। ਗੁਰਪ੍ਰੀਤ ਜੀ, ਸ਼ੁਕਰੀਆ ਬਹੁਤ। ਥੈਂਕ ਯੂ ਜੀ, ਦਰਸ਼ਕਾਂ ਦਾ ਵੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤਕਲੀਫ ਲਈ ਮਾਫੀ, ਵਿੱਚ ਫੋਨ ਦੀ ਟੈਕਨੀਕਲ ਦਿੱਕਤਾਂ ਕਰਕੇ ਤੁਹਾਡੀ ਕਾਲ ਸਾਡੇ ਤੱਕ ਨਹੀਂ ਲੱਗ ਪਾਈ। ਜੇ ਤੁਸੀਂ ਆਪਣੀ ਕੋਈ ਡਿਟੇਲ ਤੋਂ ਭਾਵੇਂ ਲੰਮੀ ਗੱਲਬਾਤ ਕਰਨੀ ਚਾਹੁੰਦੇ, ਆਪਣੇ ਕੇਸ ਬਾਰੇ ਜਾਣਨਾ ਚਾਹੁੰਦੇ, ਤਾਂ CFC ਦੇ ਨੰਬਰਾਂ ਦੇ ਉੱਪਰ ਕਾਲ ਕਰਕੇ ਆਪਣੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਕੌਰ, CFC ਐਜੂਕੇਸ਼ਨ ਓਵਰਸੀਜ਼ ਪ੍ਰਾਈਵੇਟ ਲਿਮਟਿਡ ਮੋਹਾਲੀ ਤੋਂ। ਮੈਂ ਸਟੂਡੈਂਟਸ ਦੇ ਲਈ ਅੱਜ ਖੁਸ਼ਖਬਰੀ ਲੈ ਕੇ ਆ ਰਹੀ ਹਾਂ ਕਿ ਸਾਡੇ ਸਾਰੇ ਕੰਟਰੀਜ਼ ਨੇ, ਜਿਵੇਂ ਕਿ ਕੈਨੇਡਾ, ਆਸਟ੍ਰੇਲੀਆ, UK ਨੇ ਆਪਣੇ ਦਰਵਾਜ਼ੇ ਸਾਡੇ ਲਈ ਖੋਲ੍ਹ ਦਿੱਤੇ ਨੇ ਤੇ ਅਸੀਂ ਅਪਲਾਈ ਕਰ ਸਕਦੇ ਹਾਂ। ਜਿਹੜੇ ਕੈਨੇਡਾ ਸਟੂਡੈਂਟ ਜਾਣ ਦੇ ਚਾਹਵਾਨ ਨੇ, ਜਿਨ੍ਹਾਂ ਨੇ ਆਈਲੈਟਸ ਨਹੀਂ ਕੀਤਾ, ਵਿਦਆਊਟ ਆਈਲੈਟਸ ਅਪਲਾਈ ਕਰਨਾ ਚਾਹੁੰਦੇ ਨੇ, ਜਾਂ UK ਵਿੱਚ ਵਿਦਆਊਟ ਆਈਲੈਟਸ ਅਪਲਾਈ ਕਰਨਾ ਚਾਹੁੰਦੇ ਨੇ, ਸਾਡੇ ਕੋਲ ਕਾਫੀ ਆਪਸ਼ਨ ਨੇ ਜਿਹੜੇ ਕਿ ਤੁਸੀਂ CFC ਦੇ ਥਰੂ ਆਪਣਾ ਰਾਬਤਾ ਕਾਇਮ ਕਰਕੇ ਉਹ ਆਪਸ਼ਨਸ ਸਾਡੇ ਤੋਂ ਲੈ ਸਕਦੇ ਹੋ। ਔਰ ਜੇ ਮੈਂ ਗੱਲ ਕਰਾਂ ਕਿ ਜਿਹੜੇ ਸਾਡੇ ਵੀਕ ਸਟੂਡੈਂਟ ਨੇ, ਕਿਤੇ ਨਾ ਕਿਤੇ ਆਈਲੈਟਸ ਸਕੋਰ ਉਹਨਾਂ ਦਾ ਘੱਟ ਹੈ, ਉਹ ਵੀ ਸਾਡੇ ਨਾਲ ਜਿਹੜੇ ਕਿ ਜੁੜ ਕੇ ਆਪਣਾ ਵੀਜ਼ਾ ਪ੍ਰਾਪਤ ਕਰ ਸਕਦੇ ਨੇ। ਜੇ ਮੈਂ ਗੱਲ ਕਰਾਂ ਰਿਫਿਊਜ਼ ਕੇਸਿਸ ਦੀ, ਤੇ ਉਹ ਵਿਦਆਊਟ 2 ਸਟੇਜ ਵੀਜ਼ਾ ਉਹ ਆਪਣਾ ਡਾਇਰੈਕਟ ਵੀਜ਼ਾ ਪ੍ਰਾਪਤ ਕਰਕੇ ਇੱਥੋਂ ਫਲਾਈ ਕਰ ਸਕਦੇ ਨੇ। AIP ਦਾ ਮਤਲਬ ਇਹ ਹੈ ਕਿ ਤੁਹਾਡੀ ਪੈਂਡੈਂਸੀ ਨਹੀਂ ਕਲੀਅਰ, ਇਸ ਕਰਕੇ ਤੁਹਾਨੂੰ AIP ਗ੍ਰਾਂਟ ਕਰ ਰਹੀ ਹੈ ਕੈਨੇਡੀਅਨ ਗਵਰਨਮੈਂਟ। ਤੁਹਾਨੂੰ 2 ਸਟੇਜ ਵੀਜ਼ਾ ਲਈ ਉਹਨਾਂ ਚਿਰ ਇੰਤਜ਼ਾਰ ਕਰਨਾ ਪਏਗਾ ਜਿੰਨਾ ਚਿਰ ਤੁਹਾਡੇ ਡਾਕੂਮੈਂਟਸ ਕੰਪਲੀਟ ਨਹੀਂ ਹੁੰਦੇ ਤੇ ਤੁਸੀਂ ਆਪਣੀਆਂ ਇੱਥੋਂ ਕਲਾਸਿਸ ਲਗਾਓਗੇ। ਜੇ ਮੈਂ UK ਦੀ ਗੱਲ ਕਰਾਂ ਤੇ UK ਵੀ ਸਾਡੇ ਲਈ ਕਾਫੀ ਅੱਛੀਆਂ ਗਾਈਡਸ ਲਾਈਨ ਲੈ ਕੇ ਆਇਆ। ਯੂਨੀਵਰਸਿਟੀਜ਼ ਦੇ ਵਿੱਚ ਸਾਡੀ ਕੰਪਨੀ ਵੱਲੋਂ ਡੀਲ ਕੀਤਾ ਜਾ ਰਿਹਾ ਹੈ। 60% ਜਿਹੜੇ ਅਬਵ ਬੱਚੇ ਨੇ ਉਹਨਾਂ ਨੂੰ ਵਿਦਆਊਟ ਆਈਲੈਟਸ ਇੰਟਰਵਿਊ ਬੇਸਿਸ ਸਾਡੀ ਕੰਪਨੀ ਵੱਲੋਂ ਇੰਟਰਵਿਊ ਜਿਹੜੀ ਪ੍ਰੈਪਰੇਸ਼ਨ ਆ ਤੁਹਾਨੂੰ ਫ੍ਰੀ ਆਫ ਕਾਸਟ ਕਰਾਈ ਜਾਊਗੀ ਸਾਡੀ ਕੰਪਨੀ ਦੇ ਵਿੱਚ। ਜੇ ਤੁਸੀਂ UK ਜਾਣਾ ਚਾਹੁੰਦੇ ਹੋ, ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਹੋ, ਤੇ ਮੈਂ ਉਹਨਾਂ ਸਟੂਡੈਂਟਸ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਨਿਊ ਗਾਈਡਸ ਲਾਈਨ ਆ ਜਿਹੜੀਆਂ ਕਿ ਮੈਂ ਗਾਈਡ ਕਰਨਾ ਚਾਹੁੰਦੀ ਹਾਂ। ਤੁਸੀਂ ਮੇਰੀ ਕੰਪਨੀ 'ਚ ਤੁਸੀਂ ਵਿਜ਼ਿਟ ਕਰ ਸਕਦੇ ਹੋ, ਮੇਰੇ ਕੋਲ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ। ਔਰ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਮਨ ਦੇ ਜ਼ਿਹਨ ਦੇ ਵਿੱਚ ਕੁਐਸਚਨ ਹੋਵੇ, ਕਿਸੇ ਵੀ ਤਰ੍ਹਾਂ ਤੁਸੀਂ ਨਿਰਾਸ਼ ਹੋ, ਜੇ ਤੁਹਾਡੇ ਸੁਪਨਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਹੋਵੇ ਕਿ ਅਸੀਂ ਕੋਈ ਕਾਉਂਸਲਿੰਗ ਸਾਨੂੰ ਕੈਰੀਅਰ ਨੂੰ ਚਾਹੀਦੀ ਹੈ, ਸਾਡੀ ਕੰਪਨੀ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਥੈਂਕ ਯੂ, ਧੰਨਵਾਦ।